ਮੈਂ ਜਦ ਵਿਧਵਾ ਹੋਈ ਤਾਂ ਮੇਰੀ ਦਰਾਣੀ ਨੇ ਮੇਰਾ ਵਿਆਹ ਆਪਣੇ ਪਤੀ ਨਾਲ ਕਰਵਾ ਦਿੱਤਾ। ਉਹ ਮੇਰੀ ਸੌਕਣ ਬਣ ਕੇ ਦਿਨ ਰਾਤ ਮੇਰੀ ਸੇਵਾ ਕਰਨ ਲੱਗੀ। ਹਰ ਰੋਜ਼ ਰਾਤ ਨੂੰ ਮੈਨੂੰ ਆਮਲੇਟ ਦੇ ਨਾਲ ਦੇਸੀ ਘੀ ਦਾ ਪਰੌਂਠਾ ਖਿਲਾਉਂਦੀ ਤੇ ਕਹਿੰਦੀ ਕਿ ਜਲਦੀ ਹੀ ਤੂੰ ਸਾਡੇ ਪਰਿਵਾਰ ਦੇ ਵਾਰਸ ਨੂੰ ਜਨਮ ਦੇਵੇਂਗੀ। ਅਤੇ ਜਦ ਮੈਂ ਸਵੇਰੇ ਉੱਠਦੀ ਤਾਂ ਮੇਰੇ ਪਰਸ ਵਿੱਚ ਬਹੁਤ ਸਾਰੇ ਪੈਸੇ ਰੱਖ ਕੇ ਮੈਨੂੰ ਡਾਕਟਰ ਕੋਲ ਲੈ ਜਾਂਦੀ। ਇੱਕ ਦਿਨ ਨਰਸ ਸਾਨੂੰ ਪਹਿਚਾਣ ਨਾ ਸਕੀ ਕਿਉਂਕਿ ਅਸੀਂ ਦੋਨਾਂ ਨੇ ਇੱਕ ਹੀ ਰੰਗ ਦੇ ਦੁਪੱਟੇ ਨਾਲ ਚਿਹਰਾ ਢੱਕਿਆ ਹੋਇਆ ਸੀ। ਤਾਂ ਉਹ ਮੇਰੇ ਕੰਨ ਵਿੱਚ ਬੋਲੀ ਕਿ ਅੱਜ ਤੁਸੀਂ ਇਸ ਨੂੰ ਨੀਂਦ ਦੀ ਗੋਲੀ ਨਾ ਖਿਲਾਇਓ। ਮੈਂ ਉਸ ਰਾਤ ਨੂੰ ਕੁਝ ਨਹੀਂ ਖਾਇਆ ਤੇ ਸੌਣ ਦਾ ਨਾਟਕ ਕਰਨ ਲੱਗੀ। ਕੁਝ ਦੇਰ ਬਾਅਦ ਤਾਂ ਮੇਰੀ ਜਾਨ ਹੀ ਨਿਕਲ ਗਈ। ਇਹ ਦੇਖ ਕੇ ਕਿ ਉੱਥੇ ਤਾਂ ਮੇਰਾ ਨਾਮ ਕਮਲ ਹੈ। ਮੇਰੇ ਨਾਲ ਜ਼ਿੰਦਗੀ ਨੇ ਐਡਾ ਵੱਡਾ ਮਜ਼ਾਕ ਕੀਤਾ ਕਿ ਮੈਂ ਸੋਚ ਵੀ ਨਹੀਂ ਸਕਦੀ ਸੀ। ਮੈਂ ਸੋਚਦੀ ਰਹੀ ਕਿ ਸਭ ਕੁਝ ਠੀਕ ਹੈ, ਪਰ ਅਸਲ ਵਿੱਚ ਸਭ ਕੁਝ ਬਰਬਾਦ ਹੁੰਦਾ ਜਾ ਰਿਹਾ ਸੀ। ਪਤਾ ਨਹੀਂ ਮੈਂ ਠੀਕ ਕੀਤਾ ਜਾਂ ਗਲਤ। ਮੈਂ 20 ਸਾਲ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ। ਮੇਰਾ ਰਿਸ਼ਤਾ ਇੱਕ ਰਿਸ਼ਤੇਦਾਰ ਨੇ ਹੀ ਕਰਵਾਇਆ ਸੀ। ਇਹ ਇੱਕ ਜੁਆਇੰਟ ਫੈਮਿਲੀ ਸੀ। ਉਸ ਘਰ ਵਿੱਚ ਪਹਿਲਾਂ ਹੀ 3 ਮੁੰਡੇ ਵਿਆਹੇ ਹੋਏ ਸੀ ਤੇ ਆਖਰੀ 2 ਮੁੰਡਿਆਂ ਦਾ ਵਿਆਹ ਇਕੱਠੇ ਹੋਣ ਵਾਲਾ ਸੀ। ਮੇਰੇ ਹੋਣ ਵਾਲੇ ਦਿਓਰ ਦੀ ਘਰਵਾਲੀ ਵੀ ਪਸੰਦ ਕਰ ਲਈ ਗਈ ਸੀ ਤੇ ਦੂਜੇ ਬੇਟੇ ਲਈ ਮੈਨੂੰ ਪਸੰਦ ਕਰ ਲਿਆ ਗਿਆ ਸੀ। ਮੇਰਾ ਪਰਿਵਾਰ ਚੰਗਾ ਸੀ। ਮੇਰੇ ਮਾਤਾ ਪਿਤਾ ਚੰਗੇ ਖਾਂਦੇ ਪੀਂਦੇ ਪਰਿਵਾਰ ਦੇ ਸਨ ਤੇ ਮੈਂ ਇਕਲੌਤੀ ਕੁੜੀ ਸੀ। ਮੇਰੀ ਦਰਾਣੀ ਦਾ ਨਾਮ ਰੀਨਾ ਸੀ। ਸਾਡੇ ਦੋਨਾਂ ਦਾ ਵਿਆਹ ਇਕੱਠਾ ਹੀ ਹੋਇਆ ਸੀ। ਉਹ ਸ਼ਕਲ ਸੂਰਤ ਤੋਂ ਜ਼ਿਆਦਾ ਚੰਗੀ ਨਹੀਂ ਸੀ, ਇਸ ਲਈ ਜਿਹੜਾ ਵੀ ਦੇਖਣ ਆਉਂਦਾ ਉਹ ਮੇਰੀ ਹੀ ਤਾਰੀਫ ਕਰਦਾ ਤੇ ਕਹਿੰਦੇ ਕਿ ਤੂੰ ਉਸ ਨਾਲੋਂ ਜ਼ਿਆਦਾ ਖੂਬਸੂਰਤ ਆਂ। ਮੇਰੇ ਪਤੀ ਗੁਰੀ ਵੀ ਆਮ ਸ਼ਕਲ ਸੂਰਤ ਦੇ ਮਾਲਕ ਸਨ। ਜਾਣੇ ਅਣਜਾਣੇ ਵਿੱਚ ਮੈਂ ਰੀਨਾ ਦੇ ਨਾਲ ਬਹੁਤ ਬੁਰਾ ਕੀਤਾ ਕਿਉਂਕਿ ਵਿਆਹ ਵਾਲੇ ਦਿਨ ਸਾਰੇ ਮੇਰੀ ਤਾਰੀਫ ਕਰ ਰਹੇ ਸੀ ਤੇ ਉਸ ਵੱਲ ਕੋਈ ਦੇਖ ਵੀ ਨਹੀਂ ਰਿਹਾ ਸੀ। ਪਰ ਫਿਰ ਵੀ ਉਹ ਵਿਚਾਰੀ ਸਬਰ ਕਰੀ ਬੈਠੀ ਰਹੀ। ਕਹਿੰਦੇ ਆ ਕਿ 2 ਕੁੜੀਆਂ ਦਾ ਵਿਆਹ ਇਕੱਠੇ ਨਹੀਂ ਕਰਨਾ ਚਾਹੀਦਾ। ਚਲੋ ਸਾਡਾ ਵਿਆਹ ਹੋ ਗਿਆ ਤੇ ਅਸੀਂ ਦੋਨਾਂ ਨੇ ਆਪਣੀ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਵੈਸੇ ਤਾਂ ਉਹ ਜੁਆਇੰਟ ਫੈਮਿਲੀ ਸੀ, ਪਰ ਸਾਰਿਆਂ ਦੇ ਚੁੱਲ੍ਹੇ ਅਲੱਗ-ਅਲੱਗ ਸੀ। ਇਸੇ ਗੱਲ ਦਾ ਆਰਾਮ ਸੀ ਤੇ ਜੀਵਨ ਵਧੀਆ ਚੱਲ ਰਿਹਾ ਸੀ। ਕੋਈ ਸਮੱਸਿਆ ਨਹੀਂ ਸੀ। ਮੇਰੇ ਪਤੀ ਵੀ ਮੈਨੂੰ ਬਹੁਤ ਪਿਆਰ ਕਰਦੇ ਸਨ ਤੇ ਮੇਰੀ ਹਰ ਗੱਲ ਮੰਨਦੇ ਸਨ ਤੇ ਅਸੀਂ ਦੋਨੇ ਬਹੁਤ ਹੀ ਵਧੀਆ ਤਰੀਕੇ ਨਾਲ ਰਹਿ ਰਹੇ ਸੀ। ਪਰ ਮੇਰੀ ਦਰਾਣੀ ਦੇ ਕਮਰੇ ਵਿੱਚੋਂ ਹਮੇਸ਼ਾ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਇਹ ਆਮ ਗੱਲ ਹੈ। ਵਿਆਹ ਦੇ ਸ਼ੁਰੂਆਤੀ ਦਿਨਾਂ ਵਿੱਚ ਥੋੜ੍ਹੀ ਬਹੁਤੀ ਬਹਿਸ ਹੋ ਜਾਂਦੀ ਹੈ, ਜਿਸ ਵਿੱਚ ਪਤੀ ਪਤਨੀ ਇੱਕ ਦੂਜੇ ਨੂੰ ਮਨਾ ਲੈਂਦੇ ਹਨ। ਪਰ ਇੱਥੇ ਤਾਂ ਬਹੁਤ ਜ਼ਿਆਦਾ ਝਗੜੇ ਹੋ ਰਹੇ ਸਨ। ਮੇਰਾ ਦਿਓਰ ਹਰ ਵਕਤ ਆਪਣੀ ਘਰਵਾਲੀ ਪਰ ਉੱਚੀ ਉੱਚੀ ਚਿਲਾਉਂਦਾ ਰਹਿੰਦਾ ਸੀ। ਜਦ ਮੈਂ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਪਤੀ ਪਤਨੀ ਦੇ ਮਾਮਲੇ ਵਿੱਚ ਨਹੀਂ ਬੋਲਣਾ ਚਾਹੀਦਾ। ਇੱਕ ਦਿਨ ਮੈਂ ਉਹਨਾਂ ਦੇ ਕਮਰੇ ਦੇ ਬਾਹਰੋਂ ਲੰਘ ਰਹੀ ਸੀ। ਮੈਂ ਆਪਣੇ ਦਿਓਰ ਦੀ ਆਵਾਜ਼ ਸੁਣੀ। ਮੈਂ ਇਸ ਲਈ ਰੁਕ ਗਈ ਕਿਉਂਕਿ ਮੈਂ ਆਪਣਾ ਨਾਮ ਸੁਣਿਆ ਸੀ। ਮੇਰਾ ਦਿਓਰ ਪਤਾ ਨਹੀਂ ਕਿਉਂ ਮੇਰਾ ਨਾਮ ਲੈ ਕੇ ਆਪਣੀ ਘਰਵਾਲੀ 'ਤੇ ਚਲਾ ਰਿਹਾ ਸੀ। ਮੈਂ ਸੋਚਣ ਲੱਗੀ ਕਿ ਕਿਤੇ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ, ਪਰ ਅਜਿਹਾ ਕੁਝ ਨਹੀਂ ਸੀ। ਮੈਂ ਉਹਨਾਂ ਦੇ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੁੰਦੀ ਸੀ ਕਿਉਂਕਿ ਮੇਰੇ ਪਤੀ ਨੇ ਕਿਹਾ ਸੀ ਕਿ ਤੈਨੂੰ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੇ ਹਾਲ 'ਤੇ ਹੀ ਛੱਡ ਦਿੱਤਾ। ਇੱਕ ਦਿਨ ਮੇਰੇ ਦਿਓਰ ਨੇ ਮੈਨੂੰ ਰੋਕ ਲਿਆ ਤੇ ਕਹਿਣ ਲੱਗਿਆ ਕਿ ਭਾਬੀ, ਤੁਸੀਂ ਮੇਰੀ ਘਰਵਾਲੀ ਨੂੰ ਕੁਝ ਸਿਖਾ ਦਿਓ ਕਿ ਉਹ ਵੀ ਤੁਹਾਡੇ ਵਾਂਗ ਸੱਜ ਧੱਜ ਕੇ ਰਿਹਾ ਕਰੇ। ਮੈਂ ਉਸ ਨੂੰ ਕਿਹਾ ਕਿ ਤੁਹਾਡੀ ਪਤਨੀ ਬਹੁਤ ਪਿਆਰੀ ਹੈ, ਉਸ ਨੂੰ ਸਜਣ ਸਵਰਨ ਦੀ ਲੋੜ ਹੀ ਨਹੀਂ ਹੈ। ਉਹ ਕਹਿਣ ਲੱਗਿਆ ਕਿ ਉਹ ਬਿਲਕੁਲ ਵੀ ਪਿਆਰੀ ਨਹੀਂ ਹੈ। ਤੁਸੀਂ ਸਭ ਉਸ ਦਾ ਦਿਲ ਰੱਖਣ ਨੂੰ ਕਹਿ ਦਿੰਦੇ ਹੋ, ਇਸ ਲਈ ਉਹ ਆਪਣਾ ਧਿਆਨ ਨਹੀਂ ਰੱਖਦੀ। ਇੱਕ ਦਿਨ ਪਤਾ ਨਹੀਂ ਕੀ ਹੋ ਰਿਹਾ ਸੀ, ਮੇਰਾ ਦਿਲ ਸਵੇਰ ਤੋਂ ਹੀ ਘਬਰਾ ਰਿਹਾ ਸੀ। ਫਿਰ ਸਾਨੂੰ ਇੱਕ ਬੁਰੀ ਖਬਰ ਸੁਣਨ ਨੂੰ ਮਿਲੀ ਕਿ ਮੇਰੇ ਪਤੀ ਇਸ ਦੁਨੀਆ ਤੋਂ ਚਲੇ ਗਏ। ਰੋਡ ਐਕਸੀਡੈਂਟ ਹੋਇਆ ਸੀ। ਮੇਰਾ ਪਤੀ ਤੇ ਮੇਰਾ ਦਿਓਰ ਦੋਨੋਂ ਹੀ ਮੋਟਰਸਾਈਕਲ 'ਤੇ ਜਾ ਰਹੇ ਸੀ ਕਿ ਅਚਾਨਕ ਮੋਟਰਸਾਈਕਲ ਦੀ ਟੱਕਰ ਕਾਰ ਨਾਲ ਹੋ ਗਈ। ਮੇਰੇ ਦਿਓਰ ਨੂੰ ਤਾਂ ਥੋੜ੍ਹੀ ਬਹੁਤ ਚੋਟ ਹੀ ਲੱਗੀ ਸੀ, ਪਰ ਮੇਰੇ ਪਤੀ ਇਸ ਐਕਸੀਡੈਂਟ ਵਿੱਚ ਮਾਰੇ ਗਏ ਸੀ। ਮੈਂ ਬਹੁਤ ਗਮ ਵਿੱਚ ਡੁੱਬ ਗਈ ਸੀ। ਅਜੇ ਤਾਂ ਮੇਰੇ ਵਿਆਹ ਨੂੰ 1 ਸਾਲ ਵੀ ਨਹੀਂ ਹੋਇਆ ਸੀ ਕਿ ਮੈਂ ਵਿਧਵਾ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਵੀ ਮੈਂ ਸਹੁਰਿਆਂ ਵਿੱਚ ਹੀ ਰਹਿੰਦੀ ਸੀ। ਇਹ ਦਿਨ ਮੈਂ ਬਹੁਤ ਹੀ ਮੁਸ਼ਕਲ ਨਾਲ ਕੱਟ ਰਹੀ ਸੀ। ਲੋਕ ਕਹਿੰਦੇ ਸਨ ਕਿ ਇਸ ਕੁੜੀ ਦੀ ਜ਼ਿੰਦਗੀ ਤਾਂ ਬਰਬਾਦ ਹੋ ਗਈ ਹੈ, ਹੁਣ ਇਸ ਨਾਲ ਕੌਣ ਵਿਆਹ ਕਰਵਾਵੇਗਾ। ਮੇਰੀ ਦਰਾਣੀ ਵੀ ਬਹੁਤ ਉਦਾਸ ਸੀ। ਉਹ ਮੈਨੂੰ ਵਾਰ-ਵਾਰ ਸਮਝਾ ਰਹੀ ਸੀ, ਪਰ ਮੈਂ ਆਪਣਾ ਗੁੱਸਾ ਉਸ 'ਤੇ ਹੀ ਕੱਢ ਦਿੱਤਾ।
ਕਿ ਮੇਰਾ ਪਤੀ ਤੇਰੇ ਪਤੀ ਨਾਲ ਹੀ ਗਿਆ ਸੀ। ਕਿਸੇ ਨੂੰ ਇਹ ਕਹਿਣਾ ਬਹੁਤ ਆਸਾਨ ਹੁੰਦਾ ਹੈ ਕਿ ਆਪਣੇ ਆਪ ਨੂੰ ਸੰਭਾਲੋ, ਪਰ ਜਦ ਗੱਲ ਆਪਣੇ ਆਪ 'ਤੇ ਬੀਤਦੀ ਹੈ ਤਾਂ ਪਤਾ ਚੱਲਦਾ ਹੈ। ਜੇ ਮੇਰੀ ਜਗ੍ਹਾ ਅੱਜ ਤੂੰ ਹੁੰਦੀ ਤਾਂ ਮੈਂ ਤੈਨੂੰ ਪੁੱਛਦੀ ਕਿ ਤੂੰ ਇੰਨਾ ਵੱਡਾ ਦੁੱਖ ਕਿਵੇਂ ਬਰਦਾਸ਼ਤ ਕਰੇਂਗੀ। ਤੇਰਾ ਪਤੀ ਤਾਂ ਸਹੀ ਸਲਾਮਤ ਹੈ, ਪਰ ਮੇਰੀ ਤਾਂ ਦੁਨੀਆ ਹੀ ਖਤਮ ਹੋ ਗਈ ਹੈ। ਮੇਰੇ ਦਿਓਰ ਨੇ ਇਹ ਸਭ ਸੁਣ ਲਿਆ ਸੀ, ਪਰ ਉਹ ਚੁੱਪ ਰਿਹਾ। ਪਤੀ ਦੀ ਮੌਤ ਤੋਂ ਬਾਅਦ ਮੈਂ ਆਪਣੇ ਸਸੁਰਾਲ ਵਿੱਚ ਰਹਿਣ ਦਾ ਫੈਸਲਾ ਕੀਤਾ ਸੀ। ਮੈਂ ਕਿਹਾ ਸੀ ਕਿ ਮੈਂ ਦੂਜਾ ਵਿਆਹ ਨਹੀਂ ਕਰਵਾਵਾਂਗੀ ਤੇ ਨਾ ਹੀ ਆਪਣੇ ਪੇਕੇ ਵਾਪਸ ਜਾਵਾਂਗੀ। ਮੇਰੇ ਪਤੀ ਨੂੰ ਗੁਜ਼ਰੇ ਹੋਏ 6 ਮਹੀਨੇ ਹੋ ਗਏ ਸਨ ਜਦ ਮੇਰੀ ਦਰਾਣੀ ਨੇ ਮੇਰੀ ਸੱਸ ਦੇ ਅੱਗੇ ਇੱਕ ਗੱਲ ਰੱਖੀ, ਜਿਸ 'ਤੇ ਘਰ ਵਾਲੇ ਤੁਰੰਤ ਤਿਆਰ ਹੋ ਗਏ। ਉਹ ਗੱਲ ਇਹ ਸੀ ਕਿ ਮੇਰੀ ਦਰਾਣੀ ਮੈਨੂੰ ਆਪਣੀ ਸੌਕਣ ਬਣਾਉਣਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਕਿ ਮੈਂ ਉਸਦੇ ਪਤੀ ਜਾਣੀ ਕਿ ਆਪਣੇ ਦਿਓਰ ਟੋਨੀ ਨਾਲ ਵਿਆਹ ਕਰਵਾ ਲਵਾਂ। ਘਰ ਵਾਲੇ ਅਤੇ ਟੋਨੀ ਵੀ ਇਸ ਗੱਲ ਲਈ ਤਿਆਰ ਸਨ। ਸਾਰੇ ਘਰ ਦੇ ਇਕੱਠੇ ਬੈਠੇ ਹੋਏ ਸੀ ਕਿ ਟੋਨੀ ਕਹਿ ਰਿਹਾ ਸੀ ਮੈਂ ਹੀ ਮੋਟਰਸਾਈਕਲ ਚਲਾ ਰਿਹਾ ਸੀ ਤੇ ਭਾਈ ਮੇਰੇ ਪਿੱਛੇ ਬੈਠਾ ਹੋਇਆ ਸੀ। ਮੈਨੂੰ ਅਜਿਹਾ ਲੱਗਦਾ ਹੈ ਕਿ ਉਹ ਮੇਰੇ ਹਿੱਸੇ ਦੀ ਮੌਤ ਲੈ ਕੇ ਚਲੇ ਗਏ ਹਨ, ਇਸ ਲਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਮੈਨੂੰ ਨਿਭਾਉਣੀਆਂ ਚਾਹੀਦੀਆਂ ਹਨ। ਘਰਦਿਆਂ ਦਾ ਵੀ ਇਹੀ ਕਹਿਣਾ ਸੀ ਕਿ ਤੂੰ ਸਾਡੇ ਘਰ ਦੀ ਬਹੂ ਐ, ਅਸੀਂ ਤੈਨੂੰ ਬਹੁਤ ਚਾਅ ਨਾਲ ਹੀ ਵਿਆਹ ਕੇ ਲਿਆਏ ਸੀ। ਹੁਣ ਤੂੰ ਹੀ ਸਾਡੇ ਬੇਟੇ ਦੀ ਆਖਰੀ ਨਿਸ਼ਾਨੀ ਐ ਤੇ ਤੈਨੂੰ ਦੇਖ ਕੇ ਸਾਨੂੰ ਆਪਣੇ ਬੇਟੇ ਦੀ ਯਾਦ ਆਉਂਦੀ ਹੈ। ਤਾਂ ਤੂੰ ਇਸੇ ਘਰ ਵਿੱਚ ਰਹੇ ਤਾਂ ਚੰਗਾ ਹੈ। ਮੇਰੇ ਮਾਂ-ਬਾਪ ਨੂੰ ਵੀ ਬੁਲਾ ਲਿਆ ਗਿਆ ਸੀ। ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਇਹ ਫੈਸਲਾ ਬਿਲਕੁਲ ਸਹੀ ਹੈ। ਤੇ ਫਿਰ ਜਦ ਮੇਰਾ ਦਿਓਰ ਤੇ ਦਰਾਣੀ ਇਸ ਗੱਲ ਲਈ ਤਿਆਰ ਸਨ ਤਾਂ ਕਿਸੇ ਹੋਰ ਦੇ ਕੁਝ ਬੋਲਣ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ। ਮੇਰੀ ਦਰਾਣੀ ਨੇ ਮੇਰੇ ਹੱਥ 'ਤੇ ਹੱਥ ਰੱਖ ਕੇ ਕਿਹਾ ਕਿ ਤੂੰ ਠੀਕ ਕਹਿੰਦੀ ਸੀ। ਕਿਸੇ ਨੂੰ ਸਮਝਾਉਣਾ ਬਹੁਤ ਆਸਾਨ ਹੁੰਦਾ ਹੈ ਤੇ ਉਸ ਦਾ ਦੁੱਖ ਵੰਡਣਾ ਬਹੁਤ ਮੁਸ਼ਕਲ ਹੁੰਦਾ ਹੈ। ਮੈਂ ਆਪਣੇ ਪਤੀ ਨੂੰ ਤੇਰੇ ਨਾਲ ਵੰਡ ਕੇ ਬਿਲਕੁਲ ਵੀ ਦੁਖੀ ਨਹੀਂ ਹੋਵਾਂਗੀ ਤੇ ਮੈਨੂੰ ਤੇਰੇ ਨਾਲ ਕੋਈ ਸ਼ਿਕਾਇਤ ਨਹੀਂ ਹੈ। ਇਹ ਗੱਲ ਮੈਨੂੰ ਬਹੁਤ ਹੀ ਅਜੀਬ ਲੱਗ ਰਹੀ ਸੀ, ਬਹੁਤ ਜ਼ਿਆਦਾ ਅਜੀਬ। ਮੈਂ ਅਜਿਹਾ ਬਿਲਕੁਲ ਨਹੀਂ ਚਾਹੁੰਦੀ ਸੀ, ਪਰ ਮੇਰੇ ਸਸੁਰਾਲ ਵਾਲਿਆਂ ਨੇ ਤੇ ਮੇਰੇ ਮਾਂ-ਬਾਪ ਨੇ ਮੈਨੂੰ ਇਹੀ ਸਮਝਾਇਆ ਸੀ ਕਿ ਇਹ ਸਭ ਤੋਂ ਵਧੀਆ ਫੈਸਲਾ ਹੈ। ਉਹ ਹੁਣੇ ਤੋਂ ਮੇਰੇ ਦਿਓਰ ਦੀ ਤਾਰੀਫ ਕਰਨ ਲੱਗੇ ਸਨ ਕਿ ਉਸ ਨੇ ਇੰਨਾ ਚੰਗਾ ਫੈਸਲਾ ਲੈ ਲਿਆ ਹੈ। ਆਪਣੇ ਭਾਈ ਦੀ ਵਿਧਵਾ ਨਾਲ ਵਿਆਹ ਕਰਨ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ। ਮੇਰੀ ਦਰਾਣੀ ਦੀ ਵੀ ਸਭ ਪ੍ਰਸ਼ੰਸਾ ਕਰਨ ਲੱਗੇ ਸਨ ਕਿ ਉਸਨੇ ਆਪਣੇ ਪਤੀ ਨੂੰ ਅਜਿਹਾ ਕਰਨ ਲਈ ਕਿਹਾ ਹੈ, ਨਹੀਂ ਤਾਂ ਅੱਜ ਕੱਲ੍ਹ ਪਤਨੀਆਂ ਅਜਿਹੀ ਗੱਲ 'ਤੇ ਗੁੱਸੇ ਹੋ ਜਾਂਦੀਆਂ ਹਨ। ਕਰਦੇ ਕਰਾਉਂਦੇ ਮੈਂ ਸਭ ਦੀ ਗੱਲ ਮੰਨ ਕੇ ਹਾਂ ਕਹਿ ਦਿੱਤੀ। ਹੁਣ ਮੇਰਾ ਦਿਓਰ ਮੇਰਾ ਪਤੀ ਬਣ ਚੁੱਕਿਆ ਸੀ, ਪਰ ਮੈਂ ਅਜੇ ਵੀ ਆਪਣੇ ਹੀ ਕਮਰੇ ਵਿੱਚ ਰਹਿੰਦੀ ਸੀ, ਜਿਸ ਕਮਰੇ ਵਿੱਚ ਮੈਂ ਪਹਿਲਾਂ ਰਹਿੰਦੀ ਸੀ। ਅਜੇ ਵੀ ਉਹੀ ਮੇਰਾ ਕਮਰਾ ਸੀ, ਪਰ ਮੇਰਾ ਦਿਓਰ ਜੋ ਕਿ ਹੁਣ ਮੇਰਾ ਪਤੀ ਬਣ ਚੁੱਕਿਆ ਸੀ, ਉਹ ਮੇਰੇ ਕਮਰੇ ਵਿੱਚ ਆਇਆ ਹੋਇਆ ਸੀ। ਮੇਰੇ ਦੂਜੇ ਵਿਆਹ ਨੂੰ 1 ਹਫ਼ਤਾ ਹੀ ਹੋਇਆ ਸੀ ਕਿ ਮੇਰੀ ਦਰਾਣੀ ਮੇਰੇ ਕਮਰੇ ਵਿੱਚ ਆਈ। ਦਰਾਣੀ ਦੇ ਹੱਥ ਵਿੱਚ ਕੁਝ ਸੀ। ਉਸਨੇ ਇੱਕ ਪਲੇਟ ਵਿੱਚ 2 ਆਮਲੇਟ ਅਤੇ 1 ਪਰੌਂਠਾ ਰੱਖਿਆ ਹੋਇਆ ਸੀ। ਉਹ ਕਹਿਣ ਲੱਗੀ ਕਿ ਮੈਂ ਇਹਨੂੰ ਤੇਰੇ ਲਈ ਲੈ ਕੇ ਆਈ ਹਾਂ। ਮੈਂ ਇਸ ਨੂੰ ਆਪਣੇ ਹੱਥਾਂ ਨਾਲ ਦੇਸੀ ਘੀ ਨਾਲ ਬਣਾਇਆ ਹੈ। ਮੈਂ ਕਿਹਾ ਕਿ ਤੂੰ ਇਸ ਸਮੇਂ ਮੈਨੂੰ ਇਹ ਸਭ ਕਿਉਂ ਖਿਲਾ ਰਹੀ ਹੈ। ਵੈਸੇ ਵੀ ਮੇਰੀ ਆਦਤ ਸੀ, ਮੈਂ ਰਾਤ ਨੂੰ ਖਾਣਾ ਨਹੀਂ ਖਾਂਦੀ ਸੀ। ਉਸਨੇ ਕਿਹਾ ਕਿ ਹੁਣ ਤੈਨੂੰ ਬਹੁਤ ਜ਼ਿਆਦਾ ਖਿਆਲ ਰੱਖਣਾ ਹੋਵੇਗਾ। ਤੂੰ ਆਪਣਾ ਖਿਆਲ ਰੱਖੇਂਗੀ ਤਾਂ ਤੇਰੀ ਸਿਹਤ ਵੀ ਠੀਕ ਰਹੇਗੀ। ਰੱਬ ਛੇਤੀ ਹੀ ਤੇਰੀ ਗੋਦ ਭਰ ਦੇਵੇਗਾ। ਮੈਂ ਕਿਹਾ ਤੈਨੂੰ ਮੇਰੇ ਬੱਚੇ 'ਚ ਦਿਲਚਸਪੀ ਹੈ, ਤੂੰ ਖੁਦ ਬੱਚਾ ਪਾਉਣ ਲਈ ਇਹ ਸਭ ਕਿਉਂ ਨਹੀਂ ਕਰਦੀ। ਉਸਨੇ ਕਿਹਾ ਮੈਂ ਵੀ ਰੋਜ਼ ਇਹੀ ਕਰਦੀ ਹਾਂ, ਪਰ ਤੇਰੇ ਵੀ ਬੱਚੇ ਹੋਣੇ ਚਾਹੀਦੇ ਨੇ ਨਾ। ਮੈਨੂੰ ਚੰਗਾ ਲੱਗੇਗਾ ਜਦ ਤੇਰੀ ਗੋਦ ਵਿੱਚ ਬੱਚਾ ਹੋਵੇਗਾ ਤੇ ਮੇਰੇ ਵੀ। ਕਾਸ਼ ਮੇਰੇ ਪਹਿਲੇ ਪਤੀ ਤੋਂ ਮੈਨੂੰ ਕੋਈ ਬੱਚਾ ਹੋ ਜਾਂਦਾ ਤਾਂ ਉਸ ਦੀ ਮੇਰੇ ਕੋਲ ਕੋਈ ਨਿਸ਼ਾਨੀ ਰਹਿ ਜਾਂਦੀ। ਇਹ ਗੱਲ ਸੁਣਦੇ ਹੀ ਰੀਨਾ ਨੇ ਮੈਨੂੰ ਹੈਰਾਨੀ ਨਾਲ ਦੇਖਿਆ ਤੇ ਕਹਿਣ ਲੱਗੀ ਕਿ ਇਹ ਗੱਲ ਸੁਣ ਕੇ ਤੈਨੂੰ ਬਹੁਤ ਅਜੀਬ ਲੱਗੇਗਾ, ਪਰ ਭਾਈਆਂ ਦੇ ਵਿੱਚ ਕੋਈ ਰਾਜ ਨਹੀਂ ਹੁੰਦਾ ਹੈ। ਟੋਨੀ ਨੇ ਮੈਨੂੰ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਸੀ ਕਿ ਤੇਰਾ ਪਹਿਲਾ ਪਤੀ ਕਦੇ ਤੈਨੂੰ ਸੰਤਾਨ ਨਹੀਂ ਦੇ ਸਕਦਾ ਸੀ ਤੇ ਦੁਨੀਆ ਦੀ ਨਜ਼ਰ ਵਿੱਚ ਤੂੰ ਬਾਂਝ ਹੋ ਜਾਣਾ ਸੀ। ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਮੈਂ ਕਿਹਾ ਕਿ ਮੇਰਾ ਪਤੀ ਮਰ ਗਿਆ, ਇਹ ਕੋਈ ਚੰਗੀ ਗੱਲ ਹੈ। ਉਸਨੇ ਕਿਹਾ ਮੇਰਾ ਇਹ ਮਤਲਬ ਨਹੀਂ ਸੀ, ਮੈਂ ਤਾਂ ਤੇਰਾ ਭਲਾ ਹੀ ਸੋਚਿਆ ਸੀ, ਨਹੀਂ ਤਾਂ ਕੌਣ ਆਪਣੇ ਪਤੀ ਨੂੰ ਕਿਸੇ ਨਾਲ ਵੰਡਦੀ ਹੈ। ਤੂੰ ਮੇਰੇ ਅਹਿਸਾਨ ਦਾ ਇਹ ਬਦਲਾ ਦੇ ਰਹੀ ਹੈ ਮੈਨੂੰ। ਉਸ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਪਤਾ ਨਹੀਂ ਮੇਰਾ ਦਿਮਾਗ ਕਿਉਂ ਖਰਾਬ ਹੋ ਗਿਆ ਸੀ। ਮੈਂ ਸੋਚਣ ਲੱਗੀ ਕਿ ਆਪਣੇ ਪਤੀ ਨਾਲ ਮੇਰਾ ਵਿਆਹ ਕਰਵਾ ਕੇ ਉਸ ਨੂੰ ਕੀ ਫਾਇਦਾ ਹੋ ਸਕਦਾ ਹੈ। ਫਿਰ ਵੀ ਉਸਨੇ ਇਹ ਸਭ ਕੀਤਾ। ਮੈਂ ਉਸ ਤੋਂ ਮਾफ़ੀ ਮੰਗੀ ਤੇ ਆਂਡਾ ਤੇ ਪਰੌਂਠਾ ਖਾ ਲਿਆ। ਉਹ ਸੱਚਮੁੱਚ ਹੀ ਬਹੁਤ ਚੰਗੀ ਸੀ।
ਮੇਰਾ ਵੀ ਖਿਆਲ ਰੱਖਦੀ ਸੀ। ਅਜਿਹਾ ਵੀ ਕਦੇ ਨਹੀਂ ਹੋਇਆ ਸੀ ਕਿ ਉਸ ਨੇ ਮੇਰੇ ਨਾਲ ਕੋਈ ਬਦਤਮੀਜ਼ੀ ਕੀਤੀ ਹੋਵੇ। ਹਾਲਾਂਕਿ ਗੁੱਸੇ ਵਿੱਚ ਆ ਕੇ ਮੈਂ ਇੱਕ ਵਾਰ ਉਸ ਨੂੰ ਬੁਰੀ ਤਰ੍ਹਾਂ ਡਾਂਟਿਆ ਸੀ, ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਸੀ ਤੇ ਟੋਨੀ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੇ ਪ੍ਰਤੀ ਉਸਦਾ ਰਵੱਈਆ ਬਿਲਕੁਲ ਵੀ ਅਜਿਹਾ ਨਹੀਂ ਸੀ ਕਿ ਮੈਂ ਪਹਿਲਾਂ ਉਸਦੀ ਭਾਬੀ ਸੀ। ਥੋੜ੍ਹਾ ਜਿਹਾ ਸ਼ਰਮੀਲਾ ਸੀ, ਪਰ ਉਹ ਪਹਿਲੇ ਦਿਨ ਤੋਂ ਹੀ ਮੇਰੇ ਨਾਲ ਅਜਿਹਾ ਵਿਵਹਾਰ ਕਰ ਰਿਹਾ ਸੀ ਜਿਵੇਂ ਮੈਂ ਪਹਿਲੇ ਦਿਨ ਤੋਂ ਹੀ ਉਸਦੀ ਘਰਵਾਲੀ ਹੋਵਾਂ। ਉਹ ਮੇਰਾ ਬਹੁਤ ਖਿਆਲ ਰੱਖਦਾ ਸੀ। ਕਦੇ-ਕਦੇ ਤਾਂ ਮੈਨੂੰ ਜ਼ਬਰਦਸਤੀ ਉਸਨੂੰ ਆਪਣੇ ਕਮਰੇ 'ਚੋਂ ਬਾਹਰ ਲਿਜਾਣਾ ਪੈਂਦਾ ਸੀ ਤੇ ਕਹਿਣਾ ਪੈਂਦਾ ਸੀ ਕਿ ਜਾ ਆਪਣੀ ਪਹਿਲੀ ਪਤਨੀ ਨੂੰ ਵੀ ਟਾਈਮ ਦੇ, ਜਿਸ ਨੇ ਮੇਰੇ ਲਈ ਇੰਨਾ ਵੱਡਾ ਬਲੀਦਾਨ ਦਿੱਤਾ ਹੈ। ਤੇ ਮੇਰਾ ਪਤੀ ਕਿਸੇ ਛੋਟੇ ਬੱਚੇ ਦੀ ਤਰ੍ਹਾਂ ਜਿੱਦ ਕਰਨ ਲੱਗਦਾ ਤੇ ਉਹ ਮੇਰੇ ਕਮਰੇ ਵਿੱਚੋਂ ਜਾਣਾ ਹੀ ਨਹੀਂ ਚਾਹੁੰਦਾ ਸੀ। ਮੇਰੀ ਸੱਸ ਨੇ ਮੈਨੂੰ ਸਮਝਾਇਆ ਕਿ ਉਸ ਨੂੰ ਆਪਣੇ ਵੱਲ ਤੋਂ ਜ਼ਿਆਦਾ ਪਿਆਰ ਨਾ ਦੇ। ਤੂੰ ਬਹੁਤ ਜ਼ਿਆਦਾ ਖੂਬਸੂਰਤ ਹੈ, ਪਰ ਉਸਦੀ ਪਹਿਲੀ ਪਤਨੀ ਨੇ ਤੇਰੇ ਲਈ ਇਹ ਸਭ ਕੁਝ ਕੀਤਾ ਹੈ, ਇਸ ਲਈ ਤੂੰ ਕਦੇ ਉਸਦੇ ਪਤੀ ਨੂੰ ਉਸ ਤੋਂ ਦੂਰ ਨਾ ਕਰੀਂ। ਮੈਂ ਕਿਹਾ ਕਿ ਮੈਂ ਅਜਿਹਾ ਬਿਲਕੁਲ ਵੀ ਨਹੀਂ ਕਰ ਰਹੀ ਹਾਂ, ਪਰ ਉਹ ਮੇਰੇ ਪਤੀ ਹਨ, ਮੈਂ ਉਹਨਾਂ ਦੀ ਕੋਈ ਗੱਲ ਟਾਲ ਵੀ ਨਹੀਂ ਸਕਦੀ ਨਾ। ਉਸ ਨੂੰ ਧੱਕੇ ਦੇ ਕੇ ਤਾਂ ਆਪਣੇ ਕਮਰੇ 'ਚੋਂ ਨਹੀਂ ਕੱਢ ਸਕਦੀ ਨਾ। ਪਰ ਜਾਣੇ ਅਣਜਾਣੇ ਮੈਂ ਆਪਣੀ ਦਰਾਣੀ ਨਾਲ ਸ਼ਾਇਦ ਬਹੁਤ ਗਲਤ ਕਰ ਰਹੀ ਸੀ, ਕਿਉਂਕਿ ਉਸਨੇ ਮੇਰਾ ਸਾਥ ਬਹੁਤ ਦਿੱਤਾ ਸੀ। ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਦਰਅਸਲ ਮੈਂ ਕੁਝ ਨਹੀਂ ਕਰ ਸਕਦੀ। ਮਰਦਾਂ ਦਾ ਤਾਂ ਤੈਨੂੰ ਪਤਾ ਹੀ ਹੈ ਕਿ ਉਹ ਖੁਦ ਹੀ ਮੇਰੇ ਕਮਰੇ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ। ਤਾਂ ਰੀਨਾ ਨੇ ਕਿਹਾ, ਕੋਈ ਗੱਲ ਨਹੀਂ, ਤੂੰ ਕਿਹੜਾ ਪਰਾਈ ਐ, ਤੂੰ ਵੀ ਤਾਂ ਉਸਦੀ ਪਤਨੀ ਐ। ਉਹ ਔਰਤਾਂ ਬਹੁਤ ਕਿਸਮਤ ਵਾਲੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਪਤੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ, ਤੇ ਜਿਨ੍ਹਾਂ ਦੇ ਪਤੀ ਆਪਣੀਆਂ ਪਤਨੀਆਂ ਨੂੰ ਪਸੰਦ ਨਹੀਂ ਕਰਦੇ ਉਹ ਬਹੁਤ ਹੀ ਬਦਕਿਸਮਤ ਹੁੰਦੀਆਂ ਹਨ। ਇਹ ਗੱਲ ਕਹਿੰਦੇ ਹੋਏ ਮੇਰੀ ਦਰਾਣੀ ਕਿਤੇ ਖੋ ਗਈ ਸੀ। ਉਹ ਬਹੁਤ ਚੰਗੀ ਸੀ, ਮੇਰਾ ਬਹੁਤ ਖਿਆਲ ਰੱਖਦੀ ਸੀ। ਉਹ ਮੈਨੂੰ ਹਰ ਰਾਤ ਚੰਗੀਆਂ-ਚੰਗੀਆਂ ਚੀਜ਼ਾਂ ਖਿਲਾਉਂਦੀ ਤੇ ਦੁੱਧ ਵੀ ਪਿਲਾਉਂਦੀ। ਹਰ ਰੋਜ਼ ਮੈਨੂੰ ਡਾਕਟਰ ਕੋਲ ਵੀ ਲੈ ਕੇ ਜਾਂਦੀ। ਡਾਕਟਰ ਨੇ ਚੈੱਕਅਪ ਕਰਕੇ ਮੈਨੂੰ ਦੱਸਿਆ ਕਿ ਸਭ ਠੀਕ ਹੈ, ਜਲਦੀ ਹੀ ਤੂੰ ਮਾਂ ਬਣ ਸਕਦੀ ਐਂ। ਡਾਕਟਰ ਕੋਲ ਜਾਣਾ ਤਾਂ ਸਾਡਾ ਇੱਕ ਬਹਾਨਾ ਸੀ। ਉੱਥੇ ਕੋਲ ਹੀ ਇੱਕ ਪਾਰਕ ਸੀ ਤੇ ਅਸੀਂ ਉਸ ਪਾਰਕ ਵਿੱਚ ਘੁੰਮਣ ਚਲੇ ਜਾਂਦੀਆਂ ਤੇ ਉੱਥੇ ਗੱਲਾਂ ਬਾਤਾਂ ਵੀ ਕਰਦੀਆਂ। ਇਸ ਤੋਂ ਇਲਾਵਾ ਮੇਰੀ ਦਰਾਣੀ ਇੱਕ ਹੋਰ ਕੰਮ ਵੀ ਕਰਦੀ ਸੀ। ਉਹ ਮੇਰੇ ਸਿਰਹਾਣੇ ਕੋਲ ਪੈਸੇ ਰੱਖ ਕੇ ਚਲੀ ਜਾਂਦੀ ਸੀ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਉਹ ਗਲਤੀ ਨਾਲ ਭੁੱਲ ਗਈ ਹੈ। ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਕਮਰੇ ਵਿੱਚ ਆਈ ਸੀ ਤੇ ਪੈਸੇ ਮੇਰੇ ਕਮਰੇ ਵਿੱਚ ਹੀ ਭੁੱਲ ਗਈ। ਪਰ ਉਸਨੇ ਕਿਹਾ, ਨਹੀਂ, ਉਹ ਪੈਸੇ ਮੇਰੇ ਨਹੀਂ ਸਨ, ਮੈਂ ਤੇਰੇ ਲਈ ਹੀ ਰੱਖੇ ਸਨ। ਮੈਂ ਕਿਹਾ, ਤੇਰੇ ਕੋਲ ਐਨੇ ਪੈਸੇ ਕਿੱਥੋਂ ਆਏ ਤੇ ਤੂੰ ਆਪਣੇ ਪੈਸੇ ਮੈਨੂੰ ਕਿਉਂ ਦੇ ਰਹੀ ਆਂ? ਉਸਨੇ ਕਿਹਾ, ਮੇਰੇ ਕੋਲ ਪੈਸੇ ਕਿੱਥੋਂ ਆਉਣੇ ਸੀ, ਮੇਰੇ ਪਤੀ ਨੇ ਦਿੱਤੇ ਨੇ। ਉਹਨਾਂ ਨੇ ਕਿਹਾ ਸੀ ਕਿ ਤੈਨੂੰ ਵੀ ਦੇ ਦੇਵਾਂ, ਕਿਉਂਕਿ ਤੂੰ ਵੀ ਤਾਂ ਉਹਨਾਂ ਦੀ ਪਤਨੀ ਹੈ, ਖਰਚਾ ਤਾਂ ਤੈਨੂੰ ਵੀ ਮਿਲਣਾ ਚਾਹੀਦਾ ਹੈ ਨਾ। ਮੈਂ ਕਿਹਾ, ਆਪਣਾ ਪਤੀ ਇੰਨੇ ਪੈਸੇ ਕਮਾਉਂਦਾ ਹੈ? ਤਾਂ ਉਹ ਕਹਿਣ ਲੱਗੀ ਕਿ ਮੇਰਾ ਪਤੀ ਤਾਂ ਪਹਿਲੇ ਦਿਨ ਤੋਂ ਹੀ ਬਹੁਤ ਪੈਸੇ ਕਮਾਉਂਦਾ ਸੀ। ਹੁਣ ਤੂੰ ਵੀ ਉਹਨਾਂ ਦੀ ਪਤਨੀ ਹੈ, ਇਸ ਲਈ ਅੱਧੇ ਪੈਸੇ ਤੇਰੇ ਕੋਲ ਰੱਖ ਕੇ ਚਲੀ ਜਾਂਦੀ ਹਾਂ। ਮੈਂ ਕਿਹਾ, ਚੱਲ ਚੰਗੀ ਗੱਲ ਹੈ। ਆਪਣੇ ਪਹਿਲੇ ਪਤੀ ਦੀ ਯਾਦ ਤਾਂ ਮੇਰੇ ਦਿਲ 'ਚੋਂ ਨਹੀਂ ਗਈ ਸੀ, ਪਰ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਗਈ ਸੀ। ਹੁਣ ਮੈਂ ਕਿਸੇ ਦੀ ਵਿਧਵਾ ਨਹੀਂ, ਬਲਕਿ ਕਿਸੇ ਦੀ ਪਤਨੀ ਸੀ। ਹੁਣ ਮੇਰਾ ਤੇ ਦਰਾਣੀ ਦਾ ਪਿਆਰ ਵੀ ਬਹੁਤ ਵੱਧ ਗਿਆ ਸੀ। ਹੁਣ ਅਸੀਂ ਦੋਨਾਂ ਨੇ ਇੱਕੋ ਜਿਹੀਆਂ ਚੀਜ਼ਾਂ ਵੀ ਲੈਣੀਆਂ ਸ਼ੁਰੂ ਕਰ ਦਿੱਤੀਆਂ ਸੀ। ਇੱਕ ਦਿਨ ਅਸੀਂ ਹਸਪਤਾਲ ਗਈਆਂ ਤਾਂ ਮੈਂ ਤੇ ਮੇਰੀ ਦਰਾਣੀ ਨੇ ਇੱਕੋ ਜਿਹੇ ਰੰਗ ਦੇ ਦੁਪੱਟੇ ਨਾਲ ਆਪਣਾ ਮੂੰਹ ਢੱਕਿਆ ਹੋਇਆ ਸੀ। ਇਸ ਲਈ ਨਰਸ ਤੋਂ ਸ਼ਾਇਦ ਕੁਝ ਗਲਤੀ ਹੋ ਗਈ। ਜਦੋਂ ਉਹ ਸਾਨੂੰ ਡਾਕਟਰ ਦੇ ਕੋਲ ਲੈ ਕੇ ਜਾਣ ਲੱਗੀ ਤਾਂ ਉਸ ਨੇ ਮੇਰੇ ਕੰਨ ਵਿੱਚ ਕਿਹਾ ਕਿ ਅੱਜ ਤੂੰ ਆਪਣੀ ਸੌਕਣ ਨੂੰ ਨੀਂਦ ਦੀ ਗੋਲੀ ਨਾ ਖਿਲਾਈਂ। ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਉਹ ਇਹ ਕੀ ਕਹਿ ਰਹੀ ਹੈ। ਮੈਂ ਆਪਣੀ ਦਰਾਣੀ ਵੱਲ ਦੇਖਿਆ ਤੇ ਸੋਚਣ ਲੱਗੀ ਕਿ ਕੀ ਇਹ ਮੈਨੂੰ ਨੀਂਦ ਦੀ ਗੋਲੀ ਖਵਾਉਂਦੀ ਆ, ਕਿਉਂਕਿ ਹਰ ਰਾਤ ਨੂੰ ਇਹ ਮੇਰੇ ਲਈ ਪਰੌਂਠਾ ਤੇ ਆਮਲੇਟ ਬਣਾ ਕੇ ਲਿਆਉਂਦੀ ਹੈ ਤੇ ਨਾਲ ਹੀ ਇੱਕ ਦੁੱਧ ਦਾ ਗਲਾਸ ਵੀ ਦਿੰਦੀ ਸੀ। ਕੀ ਉਹ ਉਸੇ ਵਿੱਚ ਹੀ ਮੈਨੂੰ ਨੀਂਦ ਦੀ ਗੋਲੀ ਮਿਲਾ ਕੇ ਦੇ ਰਹੀ ਸੀ? ਉਹ ਮੈਨੂੰ ਨੀਂਦ ਦੀਆਂ ਗੋਲੀਆਂ ਖਿਲਾ ਕੇ ਕੀ ਕਰਨਾ ਚਾਹੁੰਦੀ ਸੀ? ਅਚਾਨਕ ਮੇਰੇ ਦਿਲ ਵਿੱਚ ਕਈ ਸਵਾਲ ਉੱਠਣ ਲੱਗੇ। ਮੈਨੂੰ ਲੱਗਿਆ ਕਿ ਨਰਸ ਤੋਂ ਸ਼ਾਇਦ ਕੋਈ ਗਲਤੀ ਹੋ ਗਈ ਹੋਵੇ, ਪਰ ਉਸ ਤੋਂ ਕੋਈ ਗਲਤੀ ਨਹੀਂ ਹੋਈ ਸੀ, ਕਿਉਂਕਿ ਉਸਨੇ ਮੇਰੀ ਦਰਾਣੀ ਦਾ ਨਾਮ ਵੀ ਲਿਆ ਸੀ। ਤੇ ਫਿਰ ਮੇਰੀ ਦਰਾਣੀ ਮੇਰੇ ਨਾਲ ਇੰਨਾ ਚੰਗਾ ਵਰਤਾਓ ਕਿਉਂ ਕਰ ਰਹੀ ਸੀ? ਉਸਨੇ ਆਪਣੇ ਪਤੀ ਦਾ ਵਿਆਹ ਮੇਰੇ ਨਾਲ ਕਿਉਂ ਕਰਵਾਇਆ ਸੀ? ਤੇ ਹੁਣ ਉਹ ਇਹ ਵੀ ਚਾਹੁੰਦੀ ਸੀ ਕਿ ਮੈਂ ਉਸਦੇ ਪਤੀ ਦਾ ਬੱਚਾ ਪੈਦਾ ਕਰਾਂ। ਕੀ ਉਹ ਖੁਦ ਮਾਂ ਨਹੀਂ ਬਣ ਸਕਦੀ ਸੀ? ਇਹ ਸਭ ਕੀ ਸੀ? ਸੋਚਿਆ ਆਪਣੇ ਪਤੀ ਨਾਲ ਗੱਲ ਕਰਾਂ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਆਖਰਕਾਰ ਮੈਂ ਸੋਚਿਆ ਕਿ ਮੈਂ ਆਪਣੇ ਪਤੀ ਨੂੰ ਸਭ ਕੁਝ ਦੱਸ ਦੇਵਾਂਗੀ।
ਪਰ ਮੇਰੇ ਦੱਸਣ ਤੋਂ ਪਹਿਲਾਂ ਹੀ ਮੇਰੇ ਪਤੀ ਨੇ ਮੈਨੂੰ ਇੱਕ ਅਜਿਹੀ ਗੱਲ ਦੱਸੀ ਜਿਸ ਨਾਲ ਸਾਰੀ ਤਸਵੀਰ ਮੇਰੇ ਸਾਹਮਣੇ ਆ ਗਈ। ਉਸਨੇ ਮੈਨੂੰ ਕਿਹਾ ਕਿ ਮੇਰੀ ਗੱਲ ਸੁਣ ਕੇ ਤੂੰ ਮੈਨੂੰ ਛੱਡ ਨਾ ਦੇਵੀਂ। ਮੈਂ ਤੈਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਭਾਈ ਦੀ ਮੌਤ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਮੈਨੂੰ ਮੇਰੀ ਪਤਨੀ ਬਿਲਕੁਲ ਪਸੰਦ ਨਹੀਂ ਸੀ, ਨਾ ਤਾਂ ਉਸਨੂੰ ਗੱਲ ਕਰਨ ਦਾ ਢੰਗ ਸੀ ਤੇ ਨਾ ਹੀ ਪਹਿਨਣ ਦਾ। ਮੈਂ ਉਸਨੂੰ ਤੇਰਾ ਉਦਾਹਰਨ ਦਿਆ ਕਰਦਾ ਸੀ। ਉਹ ਤੇਰੇ ਨਾਲ ਬਹੁਤ ਨਫ਼ਰਤ ਕਰਦੀ ਸੀ। ਮੈਂ ਇਹ ਸੁਣ ਕੇ ਬਹੁਤ ਹੈਰਾਨ ਹੋਈ ਕਿ ਉਹ ਮੈਨੂੰ ਨਫ਼ਰਤ ਕਰਦੀ ਸੀ, ਫਿਰ ਤੁਹਾਡਾ ਵਿਆਹ ਉਸਨੇ ਮੇਰੇ ਨਾਲ ਕਿਉਂ ਕਰਵਾ ਦਿੱਤਾ? ਮੇਰੇ ਪਤੀ ਨੇ ਕਿਹਾ ਕਿ ਉਹ ਕੌਣ ਹੁੰਦੀ ਹੈ ਮੇਰਾ ਵਿਆਹ ਕਰਾਉਣ ਵਾਲੀ? ਸ਼ਾਇਦ ਆਪਣੀ ਕਿਸਮਤ ਵਿੱਚ ਹੀ ਇੱਕ ਦੂਜੇ ਦਾ ਸਾਥ ਲਿਖਿਆ ਸੀ। ਮੇਰਾ ਭਾਈ ਇਸ ਦੁਨੀਆ ਤੋਂ ਚਲਾ ਗਿਆ, ਪਰ ਚੰਗਾ ਹੁੰਦਾ ਜੇ ਉਸ ਦੀ ਜਗ੍ਹਾ ਮੈਂ ਹੀ ਚਲਿਆ ਜਾਂਦਾ। ਮੇਰਾ ਭਾਈ ਬਹੁਤ ਚੰਗਾ ਆਦਮੀ ਸੀ, ਪਰ ਸ਼ਾਇਦ ਆਪਣੀ ਕਿਸਮਤ ਵਿੱਚ ਹੀ ਅਜਿਹਾ ਸੀ। ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਤੇਰੇ ਨਾਲ ਵਿਆਹ ਕਰਾ ਲਵਾਂ। ਮੈਂ ਤੈਨੂੰ ਸਹਾਰਾ ਦੇਣਾ ਚਾਹੁੰਦਾ ਸੀ, ਇਸ ਲਈ ਮੈਂ ਉਸ ਤੋਂ ਇਹ ਗੱਲ ਕਰਵਾਈ। ਉਹ ਇਹ ਗੱਲ ਬਿਲਕੁਲ ਨਹੀਂ ਕਰਨਾ ਚਾਹੁੰਦੀ ਸੀ, ਪਰ ਮੈਂ ਉਸ ਨੂੰ ਕਿਹਾ ਕਿ ਜੇਕਰ ਉਹ ਘਰ 'ਚ ਮੇਰੇ ਵਿਆਹ ਦੀ ਗੱਲ ਨਹੀਂ ਕਰੇਗੀ ਤਾਂ ਮੈਂ ਉਸ ਨੂੰ ਤਲਾਕ ਦੇ ਦੇਵਾਂਗਾ। ਇਸ ਲਈ ਉਸਨੇ ਇਹ ਗੱਲ ਮੰਨ ਲਈ। ਮੈਂ ਹੀ ਉਸ ਨੂੰ ਕਿਹਾ ਸੀ ਕਿ ਉਹ ਤੇਰਾ ਜ਼ਿਆਦਾ ਖਿਆਲ ਰੱਖਿਆ ਕਰੇ, ਕਿਉਂਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਆਪਣੀ ਸਾਰੀ ਜ਼ਿੰਦਗੀ ਤੇਰੇ ਨਾਲ ਗੁਜ਼ਾਰਨਾ ਚਾਹੁੰਦਾ ਹਾਂ। ਜਦ ਮੇਰੇ ਪਤੀ ਨੇ ਇਹ ਗੱਲ ਕਹੀ ਤਾਂ ਮੈਂ ਵੀ ਆਪਣੇ ਪਤੀ ਨੂੰ ਉਹ ਸਾਰੀ ਗੱਲ ਦੱਸ ਦਿੱਤੀ। ਤਾਂ ਮੇਰੇ ਪਤੀ ਹੈਰਾਨ ਰਹਿ ਗਏ ਤੇ ਕਹਿਣ ਲੱਗੇ ਕਿ ਮੈਂ ਕਦੇ ਵੀ ਤੇਰੇ ਲਈ ਉਸ ਦੇ ਹੱਥ ਪੈਸੇ ਨਹੀਂ ਦਿੱਤੇ। ਉਹ ਤੈਨੂੰ ਝੂਠ ਬੋਲ ਰਹੀ ਹੈ। ਆਪਾਂ ਇੱਕ ਕੰਮ ਕਰਦੇ ਹਾਂ ਕਿ ਉਸ ਡਾਕਟਰ ਕੋਲ ਚੱਲਦੇ ਹਾਂ ਜਿਸ ਦੇ ਕੋਲ ਉਹ ਤੈਨੂੰ ਲੈ ਕੇ ਜਾਂਦੀ ਹੈ। ਅਸੀਂ ਤੁਰੰਤ ਉਸ ਡਾਕਟਰ ਕੋਲ ਗਏ, ਪਰ ਆਪਣਾ ਭੇਸ ਬਦਲ ਕੇ। ਮੈਂ ਦੁਪੱਟੇ ਨਾਲ ਆਪਣੇ ਸਿਰ ਦੇ ਨਾਲ ਮੂੰਹ ਵੀ ਢੱਕ ਲਿਆ। ਮੇਰੇ ਪਤੀ ਨੂੰ ਤਾਂ ਉਸਨੇ ਦੇਖਿਆ ਹੀ ਨਹੀਂ ਸੀ। ਫਿਰ ਅਸੀਂ ਉਸ ਡਾਕਟਰ ਨੂੰ ਝੂਠ ਬੋਲਿਆ ਕਿ ਅਸੀਂ ਅਬੋਰਸ਼ਨ ਕਰਾਉਣਾ ਹੈ, ਤਾਂ ਉਸਨੇ ਕਿਹਾ ਕਿ ਹਾਂ ਮੈਂ ਅਬੋਰਸ਼ਨ ਕਰ ਦੇਵਾਂਗੀ, ਪਰ ਉਸ ਦੇ ਬਦਲੇ ਮੈਨੂੰ ਪੈਸੇ ਚਾਹੀਦੇ ਹਨ। ਉਸ ਤੋਂ ਬਾਅਦ ਅਸੀਂ ਡਾਕਟਰ ਨੂੰ ਕਿਹਾ ਕਿ ਅਸੀਂ ਤੇਰੀ ਰਿਕਾਰਡਿੰਗ ਕਰ ਲਈ ਹੈ, ਤੂੰ ਇੱਥੇ ਗਲਤ ਕੰਮ ਕਰ ਰਹੀ ਹੈ, ਤੇ ਉਹ ਵੀ ਰਿਸ਼ਵਤ ਲੈ ਕੇ। ਉਹ ਥਰ-ਥਰ ਕੰਬਣ ਲੱਗੀ। ਉਹ ਕਹਿਣ ਲੱਗੀ ਕਿ ਇਹ ਗੱਲ ਤੁਸੀਂ ਕਿਸੇ ਨੂੰ ਨਾ ਦੱਸਿਓ, ਨਹੀਂ ਤਾਂ ਮੇਰਾ ਲਾਇਸੈਂਸ ਰੱਦ ਹੋ ਜਾਵੇਗਾ, ਮੈਂ ਡਾਕਟਰ ਨਹੀਂ ਰਹਾਂਗੀ। ਫਿਰ ਮੈਂ ਕਿਹਾ ਕਿ ਮੈਨੂੰ ਉਸ ਔਰਤ ਦੇ ਬਾਰੇ ਦੱਸ ਜਿਹੜੀ ਤੇਰੇ ਕੋਲ ਆਉਂਦੀ ਹੈ, ਜਿਸ ਦਾ ਨਾਮ ਰੀਨਾ ਹੈ। ਉਸਨੇ ਕਿਹਾ ਕਿ ਉਹ ਤਾਂ ਆਪਣੀ ਸੌਕਣ ਨੂੰ ਲੈ ਕੇ ਆਉਂਦੀ ਸੀ। ਮੈਂ ਕਿਹਾ ਉਹ ਮੈਂ ਹੀ ਹਾਂ ਤੇ ਇਹ ਮੇਰੇ ਪਤੀ ਹਨ। ਮੈਂ ਉਸਨੂੰ ਆਪਣਾ ਚਿਹਰਾ ਦਿਖਾ ਦਿੱਤਾ ਤਾਂ ਉਸਨੇ ਮੈਨੂੰ ਪਹਿਚਾਣ ਲਿਆ। ਡਾਕਟਰ ਕਹਿਣ ਲੱਗੀ ਉਹ ਮੈਨੂੰ ਕਹਿੰਦੀ ਸੀ ਕਿ ਇਸ ਨੂੰ ਅਜਿਹੀ ਦਵਾਈ ਦਿਓ ਕਿ ਇਹ ਕਦੇ ਬੱਚਾ ਪੈਦਾ ਨਾ ਕਰ ਸਕੇ, ਤੇ ਹੋ ਸਕੇ ਕਿ ਅਜਿਹਾ ਕਰੋ ਇਸ ਦੀ ਜਾਨ ਹੀ ਚਲੀ ਜਾਵੇ, ਯਾਨੀ ਕਿ ਸਲੋ ਪੋਆਇਜ਼ਨ। ਇਹ ਗੱਲ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੇਰੇ ਪਤੀ ਵੀ ਬਹੁਤ ਡਰ ਗਏ ਸੀ। ਉਹ ਤੇਰੀ ਜਾਨ ਲੈਣਾ ਚਾਹੁੰਦੀ ਸੀ, ਤੈਨੂੰ ਬਾਂਝ ਬਣਾਉਣਾ ਚਾਹੁੰਦੀ ਸੀ। ਜ਼ਰੂਰ ਉਹ ਤੇਰੇ ਤੋਂ ਬਦਲਾ ਲੈਣਾ ਚਾਹੁੰਦੀ ਸੀ, ਕਿਉਂਕਿ ਉਸਦੇ ਸਾਹਮਣੇ ਮੈਂ ਤੇਰੀ ਤਾਰੀਫ ਕਰਦਾ ਸੀ। ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਸਿੱਧਾ ਘਰ ਆ ਗਏ। ਰੀਨਾ ਸਾਹਮਣੇ ਹੀ ਬੈਠੀ ਹੋਈ ਸੀ। ਮੇਰੇ ਪਤੀ ਨੇ ਸਾਰਿਆਂ ਨੂੰ ਇਹ ਗੱਲ ਦੱਸੀ ਤੇ ਡਾਕਟਰ ਦਾ ਬਿਆਨ ਵੀ ਸੁਣਾਇਆ। ਮੇਰੇ ਪਤੀ ਨੇ ਕਿਹਾ ਕਿ ਇਹ ਮੇਰੀ ਪਤਨੀ ਤੋਂ ਮਾफ़ੀ ਮੰਗੇ ਤੇ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਦੀ ਸਹੁੰ ਖਾਵੇ ਤਾਂ ਮੈਂ ਇਸ ਨੂੰ ਮਾफ़ ਕਰ ਦੇਵਾਂਗਾ, ਨਹੀਂ ਤਾਂ ਇਸ ਨੂੰ ਅੱਜ ਹੀ ਤਲਾਕ ਦੇ ਦੇਵਾਂਗਾ। ਰੀਨਾ ਨੇ ਵੀ ਅਜਿਹਾ ਰੂਪ ਦਿਖਾਇਆ ਕਿ ਮੈਂ ਹੈਰਾਨ ਰਹਿ ਗਈ। ਕਹਿਣ ਲੱਗੀ ਤੇਰੇ ਤੋਂ ਮਾफ़ੀ ਕੌਣ ਮੰਗ ਰਿਹਾ ਏ ਤੇ ਤੇਰੇ ਨਾਲ ਰਹਿਣਾ ਵੀ ਕੌਣ ਚਾਹੁੰਦਾ ਏ? ਆਪਣੀ ਭਾਬੀ 'ਤੇ ਨਜ਼ਰ ਰੱਖਣ ਵਾਲਾ ਘਟੀਆ ਇਨਸਾਨ ਆ ਤੂੰ। ਨਹੀਂ ਰਹਿਣਾ ਮੈਂ ਤੇਰੇ ਨਾਲ, ਦੇ ਦੇ ਮੈਨੂੰ ਤਲਾਕ। ਟੋਨੀ ਨੇ ਉਸ ਨੂੰ ਤਲਾਕ ਤਾਂ ਨਹੀਂ ਦਿੱਤਾ ਸੀ, ਪਰ ਉਹ ਖੁਦ ਹੀ ਉਸ ਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਈ ਸੀ। ਮੈਂ ਅੱਜ ਵੀ ਉਸ ਦੇ ਬਾਰੇ ਸੋਚਦੀ ਹਾਂ ਤਾਂ ਹੈਰਾਨ ਰਹਿ ਜਾਂਦੀ ਹਾਂ ਕਿ ਲੋਕਾਂ ਦਾ ਚਿਹਰਾ ਤੇ ਉਹਨਾਂ ਦਾ ਵਰਤਾਓ ਦੇਖ ਕੇ ਤੁਸੀਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਤੁਹਾਡੇ ਨਾਲ ਕੀ ਕਰ ਰਹੇ ਹਨ। ਮੇਰੀ ਦਰਾਣੀ ਦੇ ਦਿਲ ਵਿੱਚ ਮੇਰੇ ਲਈ ਜ਼ਹਿਰ ਭਰਿਆ ਹੋਇਆ ਸੀ, ਪਰ ਮੇਰੇ ਪਤੀ ਨੇ ਵੀ ਗਲਤ ਕੀਤਾ। ਰੀਨਾ ਨੂੰ ਇਸ ਦੇ ਬਦਲੇ ਵਿੱਚ ਮੇਰੇ ਨਾਲ ਇੰਨਾ ਗਲਤ ਨਹੀਂ ਕਰਨਾ ਚਾਹੀਦਾ ਸੀ। ਮੈਨੂੰ ਲੱਗਿਆ ਕਿ ਮੈਂ ਹੁਣ ਕਦੇ ਮਾਂ ਨਹੀਂ ਬਣ ਸਕਦੀ। ਪਤਾ ਨਹੀਂ ਉਹ ਮੈਨੂੰ ਕਦ ਤੋਂ ਦਵਾਈ ਦੇ ਰਹੀ ਸੀ, ਪਰ ਜਿਸ ਇਨਸਾਨ ਨੇ ਇਸ ਦੁਨੀਆ ਵਿੱਚ ਆਉਣਾ ਹੈ ਉਸ ਨੂੰ ਕੋਈ ਨਹੀਂ ਰੋਕ ਸਕਦਾ। ਭਗਵਾਨ ਦੇ ਆਸ਼ੀਰਵਾਦ ਨਾਲ ਮੈਨੂੰ ਜੁੜਵਾ ਬੱਚੇ ਹੋ ਗਏ, ਇੱਕ ਬੇਟੀ ਤੇ ਇੱਕ ਬੇਟਾ। ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਮੇਰੀ ਦਰਾਣੀ ਕਿੱਥੇ ਗਈ ਤੇ ਕਿਸ ਦੇ ਨਾਲ ਹੈ ਮੈਨੂੰ ਕੁਝ ਨਹੀਂ ਪਤਾ। ਉਸਨੇ ਦੁਬਾਰਾ ਵਿਆਹ ਕਰਵਾਇਆ ਜਾਂ ਨਹੀਂ ਇਹ ਵੀ ਕਿਸੇ ਨੂੰ ਨਹੀਂ ਪਤਾ, ਪਰ ਕਦੇ-ਕਦੇ ਮੈਂ ਸੋਚਦੀ ਹਾਂ ਕਿ ਮੇਰੇ ਪਤੀ ਨੇ ਵੀ ਉਸ ਨਾਲ ਗਲਤ ਕੀਤਾ। ਉਹੀ ਉਸ ਨੂੰ ਇਸ ਮੁਕਾਮ ਤੱਕ ਲੈ ਆਇਆ ਕਿ ਉਹ ਇਸ ਹੱਦ ਤੱਕ ਚਲੇ ਗਈ। ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ।
ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ ਜੀ।